जी आਇਆਂ ਨੂੰ ਪਿਆਰੇ ਵਿਦਿਆਰਥੀਓ 11ਵੀਂ ਅਤੇ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 6 ਟਰਾਂਸਫਾਰਮੇਸ਼ਨ ਆਫ ਸੈਂਟੈਂਸਸ ਉਸ ਦੀਆਂ ਦੋ ਐਕਸਰਸਾਈਜ਼ਸ ਅਗਲੀਆਂ 18 ਅਤੇ 19 ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਆਨਸਰਸ ਨੂੰ ਕਾਪੀ ਡਾਊਨ ਕਰ ਲਓ, ਐਕਸਪਲੇਨੇਸ਼ਨਸ ਨੂੰ ਧਿਆਨ ਦੇ ਨਾਲ ਸੁਣੋ ਤੇ ਫਿਰ ਬਾਅਦ ਵਿੱਚੋਂ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। So exercise 18 ਕਹਿੰਦੀ transform the following sentences into interrogative sentences। ਅਰਥਾਤ ਇਹ assertive sentence ਦਿੱਤੇ ਹੋਏ ਨੇ, declarative ਦਿੱਤੇ ਹੋਏ ਨੇ ਤੇ ਇਹਨਾਂ ਨੂੰ interrogative ਅਰਥਾਤ ਪ੍ਰਸ਼ਨਵਾਚਕ sentences ਦੇ ਵਿੱਚ ਤਬਦੀਲ ਕਰਨਾ ਹੈ। ਸੋ ਬੜੇ ਧਿਆਨ ਨਾਲ ਦੇਖੋ, ਇਹ ਅਭਿਆਸ ਦੇ ਨਾਲ ਆਏਗਾ ਸਾਰਾ। ਸੋ ਤੁਸੀਂ ਇਸ ਐਕਸਰਸਾਈਜ਼ ਨੂੰ ਡਬਲ ਵੀ ਕਰ ਸਕਦੇ ਹੋ, ਇਹਨੂੰ ਤੁਸੀਂ ਸਵਾਲ ਬਣਾ ਲਓ ਤੇ ਫਿਰ ਇਹ ਤੁਹਾਡਾ ਜਵਾਬ ਬਣ ਜਾਏਗਾ। ਮਤਲਬ ਇਸੀ ਐਕਸਰਸਾਈਜ਼ ਦਾ ਜਿਹੜਾ ਉਲਟਾ ਹੈ ਨਾ, ਆਨਸਰਸ ਨੂੰ ਤੁਸੀਂ ਕੁਐਸਚਨ ਬਣਾ ਲਓ, ਮਤਲਬ ਇਹ ਮੰਨ ਕੇ ਇਹਨੂੰ ਢੱਕ ਲਵੋ, ਇਹਦੇ ਉੱਤੇ ਫਿਰ ਇਹਨੂੰ ਬਣਾਓ ਤੇ ਇਹਨਾਂ ਤੋਂ ਇਹਨੂੰ ਬਣਾਓ। ਠੀਕ ਹੈ, ਇਸ ਤਰ੍ਹਾਂ ਦੋਨੋਂ ਪਾਸੇ ਕਰੋਗੇ ਤੇ ਫਿਰ ਜ਼ਿਆਦਾ ਵਧੀਆ ਅਭਿਆਸ ਹੋ ਜਾਏਗਾ। ਸੋ ਇਟ ਇਜ਼ ਯੂਜ਼ਲੈਸ ਟੂ ਬਲੇਮ ਹਰ, ਅਰਥਾਤ ਉਹਨੂੰ ਦੋਸ਼ ਦੇਣਾ ਨਿਰਾਰਥਕ ਹੈ। ਤੇ ਇਹਦਾ ਕਿੱਦਾਂ ਕਰਾਂਗੇ? ਇਜ਼ਨਟ ਇਟ ਯੂਜ਼ਲੈਸ ਟੂ ਬਲੇਮ ਹਰ। ਠੀਕ ਹੈ, ਐਵਰੀਵਨ ਨੋਜ਼ ਹਿਮ, ਉਹਨੂੰ ਹਰ ਕੋਈ ਜਾਣਦਾ ਹੈ। ਇਹਦਾ ਬਣੇਗਾ who doesn't know him, ਅਰਥਾਤ ਉਹਨੂੰ ਕੌਣ ਨਹੀਂ ਜਾਣਦਾ। our soldiers are exceptionally brave, ਸਾਡੇ ਜਿਹੜੇ ਸਿਪਾਹੀ ਨੇ ਉਹ ਬਿਲਕੁਲ ਅਨੋਖੇ ਢੰਗ ਨਾਲ, ਮਤਲਬ ਕਿ exceptionally brave, ਬਹੁਤ ਅਤ ਦੇ ਬਹਾਦਰ ਨੇ। ਸੋ ਇਹਦਾ ਬਣੇਗਾ aren't our soldiers exceptionally brave, ਕੀ ਸਾਡੇ ਫੌਜੀ ਅਤ ਦੇ ਬਹਾਦਰ ਨਹੀਂ ਹੈਗੇ। it is not a foolish idea, ਇਹ ਮੂਰਖਤਾ ਵਾਲਾ ਵਿਚਾਰ ਨਹੀਂ ਹੈ। is it a foolish idea, कि अब मूर्खता वाला विचार है, यह इतना बन जाएगा। ठीक है, आगे चलिए। सौखे ने बच्चों, पर जब तक तुसी करोगे नहीं तब तक पता नहीं लगेगा। ठीक है, दी डेफ, डेफ होंगे ने बोले, दी डेफ मैंने बोलियां दी जमात असी कह सकते हैं भी ਜਿਹੜੇ ਸਾਂਝੇ ਤੌਰ ਤੇ ਬੋਲਿਆਂ ਦੀ ਗੱਲ ਕਰੀਏ। दी डेफ कैन नॉट हीयर, अर्थात बोले नहीं सुन सकते। सो कैन द डेफ हीयर, कि बोले सुन सकते हैं। एवरीवन लव्स हिज पेरेंट्स, हर कोई अपने मापियां ਨੂੰ ਪਿਆਰ ਕਰਦਾ ਹੈ। ਤੇ ਤਾਂ ਬਣੇਗਾ who doesn't love his parents, ਆਪਣੇ ਮਾਪਿਆਂ ਨੂੰ ਕੌਣ ਪਿਆਰ ਨਹੀਂ ਕਰਦਾ। his arguments are baseless, arguments ਹੁੰਦੀਆਂ ਬਹਿਸਾਂ, ਦਲੀਲਾਂ, ਤੇ baseless ਮੈਨੇ ਨਿਰਾਧਾਰ, ਆਧਾਰਹੀਣ। ਉਹਦੀਆਂ ਦਲੀਲਾਂ ਨਿਰਾਧਾਰ ਹਨ ਜਾਂ ਉਹਦੀਆਂ ਦਲੀਲਾਂ ਆਧਾਰਹੀਣ ਹਨ। ਫਿਰ ਇਹਦਾ ਕਿੱਦਾਂ ਬਣੇਗਾ? aren't his arguments baseless, ਕੀ ਉਹਦੀਆਂ ਦਲੀਲਾਂ ਆਧਾਰਹੀਣ ਨਹੀਂ ਹਨ। cowards, coward ਹੁੰਦੇ ਨੇ ਬੁਜ਼ਦਿਲ। die many times before their death, ਅਰਥਾਤ ਜਿਹੜੇ ਕਾਇਰ ਹੁੰਦੇ ਨੇ, ਬੁਜ਼ਦਿਲ ਹੁੰਦੇ ਨੇ, ਉਹ ਮੌਤ ਤੋਂ ਪਹਿਲੇ ਕਈ ਵਾਰੀ ਮਰਦੇ ਹਨ। ਸੋ ਇਹਦਾ ਬਣ ਜਾਏਗਾ don't cowards die many times before their death, ਕੀ ਬੁਜ਼ਦਿਲ ਮੌਤ ਤੋਂ ਪਹਿਲਾਂ ਕਿੰਨੀ ਵਾਰ ਨਹੀਂ ਮਰਦੇ। ਆ ਰੋਲਿੰਗ ਸਟੋਨ, ਰੋਲਿੰਗ ਸਟੋਨ ਮੈਨੇ ਰਿੜਦਾ ਹੋਇਆ ਪੱਥਰ, ਜਿਹੜਾ ਪੱਥਰ ਲੁੜਕਦਾ ਰਹਿੰਦਾ ਹੈ। ਗੈਦਰਸ, ਇਕੱਠਾ ਨਹੀਂ ਕਰਦਾ। no moss, ਮਾਸ ਨਹੀਂ ਹੈਗਾ, ਮੌਸ, ਮੌਸ ਹੁੰਦੀ ਵਿੱਚ ਕਾਈ। ਤੇ ਦੇਖੋ ਬਰਸਾਤਾਂ ਦੇ ਵਿੱਚ ਚਟਾਨਾਂ ਹੁੰਦੀਆਂ, ਪੱਥਰ ਹੁੰਦੇ ਨੇ, ਉਹਨਾਂ 'ਤੇ ਹਰੀ ਹਰੀ ਕਾਈ ਜੰਮ ਜਾਂਦੀ ਹੈ। ਪਰ ਜਿਹੜਾ ਪੱਥਰ ਇੱਕੋ ਜਗ੍ਹਾ ਟਿਕਿਆ ਰਹੇਗਾ ਉਹ 'ਤੇ ਜੰਮਦੀ ਹੈ, ਜਿਹੜਾ ਰਿੜਦਾ ਪੱਥਰ ਹੈ ਉਹ 'ਤੇ ਨਹੀਂ ਜੰਮਦੀ। ਇਹ ਇੱਕ ਬੱਚਾ ਮੁਹਾਵਰਾ ਹੈ। ਇਹਦਾ ਮਤਲਬ ਹੈ ਵੇ ਕਿ ਜਿਹੜਾ ਬੰਦਾ ਇੱਕ ਜਗ੍ਹਾ ਟਿਕ ਕੇ ਕੰਮ ਨਹੀਂ ਕਰਦਾ ਜਾਂ ਇੱਕ ਜਗ੍ਹਾ ਨਹੀਂ ਰਹਿੰਦਾ, ਉਹਦੀ ਇੱਕ ਖਾਸ ਤੌਰ 'ਤੇ ਜੜ੍ਹਾਂ ਨਹੀਂ ਬਣਦੀਆਂ। ਠੀਕ ਹੈ, ਤਾਂ ਮਤਲਬ ਕਿ ਉਹਦਾ ਕੋਈ ਸਾਂਝ ਨਹੀਂ ਬਣਦੀ ਜਾਂ ਉਹਦੀ ਜੜ੍ਹ ਨਹੀਂ ਬਣਦੀ ਜਾਂ ਉਹਦਾ ਇੱਕ ਪੱਕਾ ਟਿਕਾਣਾ ਨਹੀਂ ਬਣਦਾ, ਇਹਦਾ ਇਹ ਮਤਲਬ ਹੈ। ਸੋ ਅ ਰੋਲਿੰਗ ਸਟੋਨ ਗੈਦਰਸ ਨੋ ਮੌਸ, ਡਜ਼ ਅ ਰੋਲਿੰਗ ਸਟੋਨ ਗੈਦਰ ਮੌਸ। ਇਹ ਹੁਣ ਮਤਲਬ ਕਿ ਉਹਦੇ ਸਵਾਲ ਵਿੱਚ ਹੈਗਾ ਕਿ ਇਹਦਾ ਰਿੜਦਾ ਪੱਥਰ ਜਿਹੜਾ ਹੈ ਉਹ ਕਾਈ ਇਕੱਠੀ ਕਰ ਲੈਂਦਾ ਹੈ। ਸੋ ਅ ਰੋਲਿੰਗ ਸਟੋਨ ਗੈਦਰਸ ਨੋ ਮੌਸ ਬਣ ਜਾਏਗਾ ਡਜ਼ ਅ ਰੋਲਿੰਗ ਸਟੋਨ ਗੈਦਰ ਮੌਸ। ਫਿਰ ਆ ਜਾਏਗਾ 10ਵਾਂ, ਦਿਸ ਇਜ਼ ਨੋਟ ਦ ਵੇ ਅ ਜੈਂਟਲਮੈਨ ਸ਼ੁੱਡ ਬਿਹੇਵ, ਅਰਥਾਤ ਕਿਸੇ ਭੱਦਰ ਪੁਰਸ਼ ਵੱਲੋਂ, ਕਿਸੇ ਸਾਊ ਬੰਦੇ ਵੱਲੋਂ ਇੱਦਾਂ ਵਰਤਾਰਾ ਠੀਕ ਨਹੀਂ। ਸੋ ਇਜ਼ ਦਿਸ ਦ ਵੇ ਅ ਜੈਂਟਲਮੈਨ ਸ਼ੁੱਡ ਬਿਹੇਵ, ਕਿ ਇੱਕ ਸਾਊ ਬੰਦੇ ਨੂੰ ਇੱਦਾਂ ਬਿਹੇਵ ਕਰਨਾ ਚਾਹੀਦਾ ਹੈ। ਇਹ ਬਣ ਜਾਏਗਾ ਇਹਦਾ ਪ੍ਰਸ਼ਨਵਾਚਕ। ਅਗਲੀ ਆ ਗਈ ਐਕਸਰਸਾਈਜ਼ 19, ਟਰਾਂਸਫਾਰਮ ਦੀ ਫੋਲੋਇੰਗ ਸੈਂਟੈਂਸਿਸ ਇਨਟੂ ਐਜ਼ਰਟਿਵ। ਹੁਣ ਬੱਚਿਓ ਸਵਾਲ ਹੈਗੇ ਨੇ, ਮਤਲਬ ਸੈਂਟੈਂਸ ਹੈਗੇ ਨੇ ਸਵਾਲੀਆ ਵਿੱਚ, ਪ੍ਰਸ਼ਨਵਾਚਕ ਸੈਂਟੈਂਸ ਹੈਗੇ ਨੇ, ਤੇ ਉਹਨਾਂ ਨੂੰ ਐਜ਼ਰਟਿਵ ਦੇ ਵਿੱਚ ਅਸੀਂ ਤਬਦੀਲ ਕਰਨਾ ਹੈ। ਅਰਥਾਤ ਜੋ ਪਹਿਲੀ ਐਕਸਰਸਾਈਜ਼ ਕੀਤੀ ਹੈ ਇਹਦੀ ਉਲਟੀ ਹੈ।
ਵਾਈ ਕਰਾਈ ਓਵਰ ਸਪਿਲਟ ਮਿਲਕ। ਸਪਿਲਟ ਮੈਨੇ ਹੁੰਦਾ ਡੁੱਲਿਆ ਹੋਇਆ, ਮਿਲਕ ਮੈਨੇ ਦੁੱਧ। ਇਹ ਮੁਹਾਵਰਾ ਸਪਿਲਟ ਮਿਲਕ ਦਾ ਮਤਲਬ ਅਰਥਾਤ ਜੋ ਹੋਣਾ ਸੀ ਹੋ ਗਿਆ, ਹੁਣ ਉਹਨੂੰ ਮੁੜ ਕੇ ਠੀਕ ਨਾ ਕੀਤਾ ਜਾ ਸਕੇ, ਤਦ ਅਸੀਂ ਕਹਿੰਦੇ ਹਾਂ ਸਪਿਲਟ ਕਰਾਈ ਓਵਰ ਸਪਿਲਟ ਮਿਲਕ। ਅਰਥਾਤ ਹੁਣ ਜਿਲੇ ਬੱਚੋ ਦੁੱਧ ਡੁੱਲ ਜਾਂਦਾ ਹੈ। ਮੈਂ ਅੱਗੇ ਵੀ ਕਿਸੇ ਲੈਸਨ 'ਚ ਕਿਹਾ ਸੀਗਾ, ਮੰਨ ਲਓ ਜਿਲੇ ਅਸੀਂ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਾਨੂੰ ਪਤਾ ਕਿ ਬੇਰ ਜੇ ਟੋਕਰੀ ਡਿੱਗ ਜਾਵੇ ਤੇ ਬੇਰ ਇਕੱਠੇ ਕੀਤੇ ਜਾ ਸਕਦੇ ਨੇ, ਧੋ ਕੇ ਮੁੜ ਕੇ ਖਾਏ ਜਾ ਸਕਦੇ ਨੇ। ਉਹ ਤੇ ਅਸੀਂ ਕਹਿੰਦੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਵੀ ਹਾਲੇ ਵੀ ਕੰਮ ਖਰਾਬ ਨਹੀਂ ਹੋਇਆ, ਹਾਲੇ ਵੀ ਅਕਲ ਨਾਲ ਕੰਮ ਲਵੋ, ਥੋੜਾ ਸਿਆਣਪ ਨਾਲ ਕੰਮ ਲਵੋ, ਤੇ ਜਿਹੜਾ ਜੋ ਹੋਣਾ ਸੀ ਹੋ ਗਿਆ ਤੇ ਉਹਨੂੰ ਸਮੇਟ ਸਕਦੇ ਹੋ, ਗੱਲ ਮੁੜ ਕੇ ਠੀਕ ਹੋ ਸਕਦੀ ਹੈ। ਉਹ ਤੇ ਅਸੀਂ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪਰ ਇੱਕ ਅਸੀਂ ਕਹਿੰਦੇ ਵੀ ਹੁਣ ਤੇ ਚਿੜੀਆ ਖੇਤ ਚੁੱਗ ਗਈ, ਹੁਣ ਕੁਝ ਨਹੀਂ ਹੋ ਸਕਦਾ, ਵੀ ਬੀਤ ਚਲੇ ਗਏ, ਜੋ ਉਹਨਾਂ ਨੁਕਸਾਨ ਹੋਣਾ ਸੀ ਹੋ ਗਿਆ। ਤੇ ਅੰਗਰੇਜ਼ੀ ਵਿੱਚ ਕਹਿੰਦੇ ਆ ਸਪਿਲਟ ਮਿਲਕ। ਹੁਣ ਸਾਨੂੰ ਪਤਾ ਜੇ ਦੁੱਧ ਡੁੱਲ ਜਾਵੇ, ਕਲੀਨ ਤੇ ਡਿੱਗੇ, ਫਰਸ਼ ਤੇ ਡਿੱਗੇ, ਮਿੱਟੀ, ਉਹਨੂੰ ਅਸੀਂ ਬੇਰਾਂ ਵਾਂਗੂ ਇਕੱਠੇ ਕਰਕੇ ਮੁੜ ਕੇ ਨਹੀਂ ਵਰਤ ਸਕਦੇ। ਉਹ ਅਸੀਂ ਕਹਿੰਦੇ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ, ਹੁਣ ਰੋਣ ਧੋਣ ਦਾ ਕੋਈ ਫਾਇਦਾ ਨਹੀਂ। ਸੋ ਕਹਿੰਦੇ ਵਾਈ ਕਰਾਈ ਓਵਰ ਸਪਿਲਟ ਮਿਲਕ, ਅਰਥਾਤ ਡੁੱਲੇ ਦੁੱਧ ਤੇ ਰੋਣ ਦਾ ਕੀ ਫਾਇਦਾ, ਕਿਉਂ ਰੋਈਏ, ਡੁੱਲੇ ਦੁੱਧ ਤੇ ਕਿਉਂ ਰੋਈਏ, ਅਰਥਾਤ ਹੋਏ ਨੁਕਸਾਨ ਤੇ ਕਿਉਂ ਰੋਈਏ, ਵੀ ਰੋਵੋ ਨਾ, ਤਗੜੇ ਹੋਵੋ, ਜੋ ਹੋਣਾ ਸੀ ਹੋ ਗਿਆ, ਅੱਗੇ ਵਧੋ। ਸੋ ਇਹਨੂੰ ਕਿੱਦਾਂ ਕਵਾਂਗੇ, ਇਟ ਇਜ਼ ਨੋ ਯੂਜ਼ ਕਰਾਈਂਗ ਓਵਰ ਸਪਿਲਟ ਮਿਲਕ, ਅਰਥਾਤ ਹੋ ਗਏ ਨੁਕਸਾਨ ਉੱਤੇ ਰੋਣ ਦਾ ਕੋਈ ਲਾਭ ਨਹੀਂ। ਨੋ ਯੂਜ਼, ਇਟ ਇਜ਼ ਨੋ ਯੂਜ਼ ਕਰਾਈਂਗ ਓਵਰ ਸਪਿਲਟ ਮਿਲਕ। ਇਹ ਬੜੀ ਵਧੀਆ ਗੱਲਾਂ ਨੇ ਬੱਚਿਓ। ਇਹ ਇੱਕ ਤੇ ਤੁਹਾਡੀ ਸੈਂਟੈਂਸਾਂ ਦੀ ਵੀ ਪ੍ਰੈਕਟਿਸ ਹੋ ਰਹੀ ਹੈ ਤੇ ਨਾਲ ਕੁਝ ਸਾਨੂੰ ਸਿੱਖਣ ਨੂੰ ਵੀ ਮਿਲ ਰਿਹਾ। ਸੋ ਵਾਈ ਬੀ ਡਿਸਓਨੈਸਟ, ਅਰਥਾਤ ਬੇਈਮਾਨ ਕਿਉਂ ਬਣੀਏ, ਠੀਕ ਹੈ, ਬੇਈਮਾਨ ਕਿਉਂ ਬਣੀਏ। ਸੋ ਇਹਦਾ ਬਣੇਗਾ ਯੂ ਸ਼ੁੱਡ ਨਾਟ ਬੀ ਡਿਸਓਨੈਸਟ, ਤੁਹਾਨੂੰ ਬੇਈਮਾਨ ਨਹੀਂ ਹੋਣਾ ਚਾਹੀਦਾ। ਅਸੀਂ ਯੂ ਦੀ ਜਗ੍ਹਾ ਵੀ ਲਿਖ ਸਕਦੇ ਹਾਂ, ਮੈਂ ਯੂ ਲਿਖਿਆ, ਤੁਸੀਂ ਵੀ ਲਿਖ ਦਿਓ, ਉਹੀ ਚੱਲ ਜਾਏਗਾ। ਵੀ ਸ਼ੁੱਡ ਨਾਟ ਬੀ ਡਿਸਓਨੈਸਟ, ਸਾਨੂੰ ਬੇਈਮਾਨ ਨਹੀਂ ਹੋਣਾ ਚਾਹੀਦਾ। ਹੂ ਇਜ਼ ਫਰੀ ਫਰੋਮ ਗਿਲਟ, ਗਿਲਟ ਹੁੰਦਾ ਬੱਚਿਓ ਕੋਈ ਨਾ ਕੋਈ ਗੁਨਾਹ, ਗਲਤੀ, ਖਤਾ। ਹੂ ਇਜ਼ ਫਰੀ ਫਰੋਮ ਗਿਲਟ, ਕਹਿੰਦੇ ਖਤਾ ਤੋਂ, ਅਪਰਾਧ ਤੋਂ, ਪਾਪ ਤੋਂ ਕੌਣ ਮੁਕਤ ਹੈਗਾ। ਪਰ ਅਸੀਂ ਗਲਤੀਆਂ ਦੇ ਪੁਤਲੇ ਹਾਂ ਬੱਚੇ, ਸਾਰੇ ਗਲਤੀਆਂ ਕਰਦੇ ਹਾਂ, ਹਨਾ। ਗੁਰਬਾਣੀ 'ਚ ਵੀ ਆਉਂਦਾ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਿਆ ਕਰੋ ਕੁਛ ਮਿਹਰ ਪਾਓ, ਡੁੱਬਦੇ ਪੱਥਰ ਤਾਰੇ। ਅਸੀਂ ਸਾਰੇ ਬੰਦੇ ਗਲਤੀਆਂ ਕਰਦੇ ਹਾਂ। ਭੁੱਲਣ ਅੰਦਰ ਸਭ ਕੋ, ਭੁੱਲ ਗੁਰੂ ਕਰਤਾਰ। ਸਾਰੇ ਬੰਦੇ ਭੁੱਲਾਂ ਕਰਦੇ ਨੇ, ਸਿਰਫ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਜਿਹੜਾ ਅਕਾਲ ਪੁਰਖ ਦਾ ਰੂਪ ਹੈ, ਉਹ ਅਭੁੱਲ ਹੈ। ਸੋ ਹੂ ਇਜ਼ ਫਰੀ ਫਰੋਮ ਗਿਲਟ, ਕਹਿੰਦੇ ਵੀ ਕੌਣ ਹੈ ਜਿਹੜਾ ਗਲਤੀਆਂ ਤੋਂ ਬਚਿਆ ਹੋਇਆ ਹੈ। ਸੋ ਇਹਨੂੰ ਕਿੱਦਾਂ ਕਵਾਂਗੇ, ਨੋ ਬੋਡੀ ਇਜ਼ ਫਰੀ ਫਰੋਮ ਗਿਲਟ, ਕੋਈ ਵੀ ਗੁਨਾਹ ਤੋਂ ਮੁਕਤ ਨਹੀਂ ਹੈ, ਕੋਈ ਵੀ ਗਲਤੀ ਤੋਂ ਮੁਕਤ ਨਹੀਂ ਹੈ, ਅਰਥਾਤ ਹਰ ਕੋਈ ਭੁੱਲਣਹਾਰ ਹੈ। ਅਗਲਾ ਆ ਗਿਆ, ਹੂ ਕੈਨ ਸਰਵ ਟੂ ਮਾਸਟਰਸ। ਟੂ ਮਾਸਟਰਸ ਮਾਨੇ ਮਾਲਿਕ, ਅਰਥਾਤ ਦੋ ਮਾਲਕਾਂ ਦੀ ਸੇਵਾ ਕੌਣ ਕਰ ਸਕਦਾ ਹੈ। ਬੜੀ ਵਧੀਆ ਗੱਲ ਹੈ ਬੱਚਿਓ। ਹੁਣ ਗੁਰਬਾਣੀ 'ਚ ਆਉਂਦਾ, ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਭਾਈ ਮੇਰਾ ਮਾਲਿਕ, ਚਾਹੇ ਉਹਨੂੰ ਅੱਲਾ ਕਹੋ, ਚਾਹੇ ਰਾਮ ਕਹੋ, ਵਾਹਿਗੁਰੂ ਕਹੋ, ਮੇਰਾ ਮਾਲਿਕ ਇੱਕ ਹੈ ਤੇ ਸਿਰਫ ਇੱਕ ਹੈ, ਦੂਜਾ ਕੋਈ ਨਹੀਂ ਹੈਗਾ। ਭਗਤ ਫਰੀਦ ਜੀ ਵੀ ਕਹਿੰਦੇ ਨੇ, ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸ਼ਰੀਰੋਂ ਲੈ। ਭਗਤ ਫਰੀਦ ਜੀ ਕਹਿੰਦੇ, ਇਹ ਭਾਈ, ਇਹ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਦੂਜੇ ਦਰ ਤੇ ਜਾਣਾ ਨਾ ਪਵੇ, ਸਾਈਂ ਮੁਝੇ ਨਾ ਦੇ, ਇਹੋ ਜਿਹਾ ਦਿਨ ਨਾ ਵਿਖਾਈ, ਪਰ ਜੇ ਇੱਦਾਂ ਹੁੰਦਾ ਹੈ ਤੇ ਮੇਰੀ ਜਾਨ ਕੱਢ ਲਈ। ਸੋ ਕਹਿੰਦੇ ਹੂ ਕੈਨ ਸਰਵ ਟੂ ਮਾਸਟਰਸ, ਅਰਥਾਤ ਦੋ ਮਾਲਕਾਂ ਦੀ ਨੌਕਰੀ ਕੌਣ ਕਰ ਸਕਦਾ ਹੈ, ਅਸੀਂ ਇੱਕ ਦੀ ਕਰ ਸਕਦੇ। ਸੋ ਇੱਕ ਦੇ ਬਣਨਾ, ਆਪਾਂ ਕੁੱਤੇ ਵਾਂਗੂ ਵਫਾਦਾਰ ਹੋਣਾ ਹੈ। ਸਵਾਨ ਤਜਤ ਨਹੀਂ ਨਿਤ, ਸੁਆਮੀ ਕੋ ਗ੍ਰਹਿ ਜਿਉ ਸਦਾ। ਸਵਾਨ ਨੇ ਕੁੱਤਾ, ਜਿਵੇਂ ਮਾਲਕ ਦਾ ਦਰ ਕੁੱਤਾ ਵਫਾਦਾਰ ਕਦੀ ਨਹੀਂ ਛੱਡਦਾ। ਨਾਨਕ ਏ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਹੈ ਨਾਨਕ, ਇਸ ਤਰ੍ਹਾਂ ਇੱਕ ਰੱਬ ਦੀ ਪੂਜਾ ਕਰੋ, ਇੱਕ ਮਨ ਇੱਕ ਚਿੱਤ ਹੋ ਕੇ। ਸੋ ਕਹਿੰਦੇ ਨੋ ਬੋਡੀ ਕੈਨ ਸਰਵ ਟੂ ਮਾਸਟਰਸ, ਅਰਥਾਤ ਦੋ ਮਾਲਕਾਂ ਦਾ ਕੋਈ ਸੇਵਕ ਨਹੀਂ ਬਣ ਸਕਦਾ। ਗੁਲਾਮ ਇੱਕ ਦਾ ਹੀ ਹੁੰਦਾ, ਸੇਵਾਦਾਰ ਇੱਕ ਦਾ ਹੀ ਬਣਦਾ ਬੰਦਾ, ਜਣੇ ਖਣੇ ਦਾ ਨਹੀਂ ਬਣਦਾ, ਠੀਕ ਹੈ। ਸੋ ਇਜ਼ ਓਨੈਸਟੀ ਨਾਟ ਦਾ ਬੈਸਟ ਪੋਲਿਸੀ, ਕੀ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਨਹੀਂ ਹੈ। ਸੋ ਇਹਦਾ ਬਣ ਜਾਏਗਾ ਓਨੈਸਟੀ ਇਜ਼ ਦਾ ਬੈਸਟ ਪੋਲਿਸੀ, ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ। ਵਾਈ ਵੇਸਟ ਟਾਈਮ ਇਨ ਯੂਜ਼ਲੈਸ ਆਰਗੂਮੈਂਟਸ, ਯੂਜ਼ਲੈਸ ਮੈਨੇ ਨਿਰਾਰਥਕ, ਜਿਹਦਾ ਕੋਈ ਫਲ ਨਹੀਂ ਨਿਕਲਦਾ, ਜਿਹਦਾ ਕੋਈ ਫਾਇਦਾ ਨਹੀਂ। ਆਰਗੂਮੈਂਟਸ ਮੈਨੇ ਦਲੀਲਾਂ, ਬਹਿਸਾਂ। ਵਾਈ ਵੇਸਟ ਟਾਈਮ ਇਨ ਯੂਜ਼ਲੈਸ ਆਰਗੂਮੈਂਟਸ, ਅਰਥਾਤ ਫਾਲਤੂ ਦੀਆਂ ਬਹਿਸਾਂ ਵਿੱਚ ਸਮਾਂ ਕਿਉਂ ਖਰਾਬ ਕੀਤਾ ਜਾਏ। ਤੈਨੂੰ ਕਿੱਦਾਂ ਬਣਾਵਾਂਗੇ ਅਸਰਟਿਵ 'ਚ, ਵੀ ਸ਼ੁੱਡ ਨਾਟ ਵੇਸਟ ਟਾਈਮ ਇਨ ਯੂਜ਼ਲੈਸ ਆਰਗੂਮੈਂਟਸ, ਸਾਨੂੰ ਨਿਰਾਰਥਕ, ਫਜ਼ੂਲ
ਬਹਿਸਾਂ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਕਹਿੰਦੇ ਵਾਈ ਗੋ ਟੂ ਹਿਮ, ਉਹਦੇ ਕੋਲ ਕਿਉਂ ਜਾਈਏ, ਉਹਦੇ ਕੋਲ ਕਿਉਂ ਜਾਇਆ ਜਾਏ, ਅਰਥਾਤ ਉਹਦੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ। ਵੀ ਸ਼ੁੱਡ ਨਾਟ ਗੋ ਟੂ ਹਿਮ, ਸਾਨੂੰ ਉਹਦੇ ਕੋਲ ਨਹੀਂ ਜਾਣਾ ਚਾਹੀਦਾ। ਜਾਂ ਦੇਰ ਇਜ਼ ਨੋ ਪੁਆਇੰਟ ਗੋਇੰਗ ਟੂ ਹਿਮ, ਅਰਥਾਤ ਉਹਦੇ ਕੋਲ ਜਾਣ ਦਾ ਕੋਈ ਲਾਭ ਨਹੀਂ ਹੈ। ਫਿਰ ਆਉਂਦਾ ਹੂ ਵੁੱਡ ਨਾਟ ਲਾਈਕ ਟੂ ਬੀ ਅ ਮਿਲੀਅਨੇਅਰ। ਮਿਲੀਅਨੇਅਰ ਕੀ ਹੁੰਦਾ ਬੱਚਿਓ, ਮਿਲੀਅਨ ਹੁੰਦਾ 10 ਲੱਖ। ਜਿਹੜਾ ਮਿਲੀਅਨ ਹੈ ਇਹਦਾ ਮਤਲਬ 10 ਲੱਖ, ਇਹ 'ਚ 6 ਸਿਫਰਾਂ ਹੁੰਦੀਆਂ। ਜਿਹੜਾ ਸਾਡਾ ਪੰਜਾਬੀ ਦਾ ਲੱਖ ਹੈ ਉਹ 'ਚ 5 ਸਿਫਰਾਂ ਹੁੰਦੀਆਂ, ਅਤੇ ਜਿਹੜਾ ਇੰਟਰਨੈਸ਼ਨਲ ਮਿਲੀਅਨ ਹੈਗਾ ਉਹ 'ਚ 6 ਸਿਫਰਾਂ ਹੁੰਦੀਆਂ। ਸੋ 6 ਸਿਫਰਾਂ ਕਿੰਨੀਆਂ ਬਣੀ, 10 ਲੱਖ। ਸੋ ਮਿਲੀਅਨੇਅਰ ਦਾ ਮਤਲਬ ਹੋ ਗਿਆ 10 ਲੱਖ ਦਾ ਮਾਲਿਕ। 10 ਲੱਖ ਰੁਪਏ ਵੀ ਹੋ ਸਕਦੇ ਨੇ, 10 ਲੱਖ ਡਾਲਰ ਵੀ ਹੋ ਸਕਦੇ ਨੇ। ਕਹਿੰਦੇ ਹੂ ਵੁੱਡ ਨਾਟ ਲਾਈਕ ਟੂ ਬੀ ਅ ਮਿਲੀਅਨੇਅਰ, ਅਰਥਾਤ ਲੱਖਪਤੀ, ਅਰਥਾਤ 10 ਲੱਖਪਤੀ ਹੋਣਾ ਕੌਣ ਨਹੀਂ ਚਾਹੇਗਾ। ਸੋ ਇਹਦਾ ਆਏਗਾ ਜਵਾਬ, ਇਹਦਾ ਬਣ ਜਾਏਗਾ ਐਵਰੀਬॉडी ਵੁੱਡ ਲਾਈਕ ਟੂ ਬੀ ਅ ਮਿਲੀਅਨੇਅਰ, ਅਰਥਾਤ ਹਰ ਕੋਈ ਲੱਖਪਤੀ ਬਣਨਾ ਪਸੰਦ ਕਰੇਗਾ। ਫਿਰ ਆ ਗਿਆ ਹੂ ਲਾਈਕਸ ਟੂ ਬੀ ਦ ਲਾਸਟ। ਲਾਸਟ ਮੈਨੇ ਅਖੀਰ 'ਚ, ਫਸੱਡੀ, ਜਿਹੜਾ ਮਤਲਬ ਕਿ ਕਲਾਸ ਵਿੱਚ ਕਹਿ ਲਓ, ਰੇਸ ਵਿੱਚ ਕਹਿ ਲਓ, ਕਹਿੰਦੇ ਅੰਤ ਦੇ ਅਖੀਰ ਵਿੱਚ ਆਉਣਾ ਕੌਣ ਪਸੰਦ ਕਰਦਾ ਹੈ। ਹੂ ਲਾਈਕਸ ਟੂ ਬੀ ਦ ਲਾਸਟ, ਕਹਿੰਦਾ ਅਖੀਰ ਤੇ ਆਉਣਾ ਕੌਣ, ਫਿਸੱਡੀ ਰਹਿਣਾ ਕੌਣ ਪਸੰਦ ਕਰਦਾ ਹੈ। ਸੋ ਇਹਨੇ ਕਹਿੰਦੇ ਨੋ ਬੋਡੀ ਲਾਈਕਸ ਟੂ ਬੀ ਦ ਲਾਸਟ, ਅਰਥਾਤ ਅਖੀਰ ਤੇ ਕੋਈ ਵੀ ਆਉਣਾ ਪਸੰਦ ਨਹੀਂ ਕਰਦਾ। ਫਿਰ ਅਗਲਾ ਆ ਗਿਆ ਕੈਨ ਐਨੀਬੋਡੀ ਸੇ ਦੈਟ, ਕਿ ਕੋਈ ਕਹਿ ਸਕਦਾ ਹੈ ਹੀ ਹੈਜ਼ ਨੈਵਰ ਟੋਲਡ ਅ ਲਾਈ, ਕਿ ਉਹਨੇ ਕਦੀ ਝੂਠ ਨਹੀਂ ਬੋਲਿਆ ਜ਼ਿੰਦਗੀ 'ਚ। ਕੋਈ ਤਾਂ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ। ਸੋ ਇਹਨੂੰ ਕਿੱਦਾਂ ਕਹਾਂਗੇ, ਐਜ਼ਰਟਿਵ ਵਿੱਚ ਕਹਾਂਗੇ ਨੋ ਬੋਡੀ ਕੈਨ ਸੇ, ਕੋਈ ਨਹੀਂ ਕਹਿ ਸਕਦਾ ਦੈਟ ਹੀ ਹੈਜ਼ ਨੈਵਰ ਟੋਲਡ ਲਾਈ, ਕਿ ਉਹਨੇ ਕਦੀ ਝੂਠ ਨਹੀਂ ਬੋਲਿਆ। ਸੋ ਬੜੇ ਵਧੀਆ ਬੱਚੋ ਹੈ ਇੰਗਲਿਸ਼ ਆਪਣੀ ਤੁਹਾਡੀ ਪੋਲਿਸ਼ ਕਰਨ ਲਈ ਇੰਟੈਰੋਗੇਟਿਵ, ਐਜ਼ਰਟਿਵ ਟੂ ਇੰਟੈਰੋਗੇਟਿਵ, ਇਹ ਬੜੀਆਂ ਵਧੀਆ ਐਕਸਰਸਾਈਜ਼ ਨੇ। ਤੁਹਾਡੀ ਵੋਕੈਬਲਰੀ ਵੀ ਵੱਧਦੀ ਹੈ, ਸੈਂਟੈਂਸਿਸ ਦੀ ਤੁਹਾਡੀ ਪ੍ਰੈਕਟਿਸ ਵੀ ਹੁੰਦੀ ਹੈ, ਸਾਰੀਆਂ ਗੱਲਾਂ ਲਿਖਤੀ ਰੂਪ ਵਿੱਚ ਅਤੇ ਬੋਲਚਾਲ ਦੀ ਅੰਗਰੇਜ਼ੀ ਵਿੱਚ ਵਰਤੀਆਂ ਜਾਂਦੀਆਂ ਨੇ। ਸੋ ਇਹਨਾਂ ਦਾ ਤੁਸੀਂ ਰੱਜ ਕੇ ਅਭਿਆਸ ਕਰੋ, ਅਤੇ ਅਸੀਂ ਤੁਹਾਡੇ ਲਈ ਇਹਦਾ ਵੀਡੀਓ ਗਾਂ ਤੋਂ ਗਾਂ ਬਣਾਈ ਜਾਵਾਂਗੇ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਨਾਲ, ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ, ਅਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।